ਮਾਸਟਰ ਤਾਰਾ ਸਿੰਘ ਦਾ ਸਮਾਂ ਸੀ, ਜਥੇਦਾਰ ਗੁਰਚੰਦ ਸਿੰਘ ਟੌੜਾ ਦਾ ਆਪਣਾ ਇੱਕ ਵਜੂਦ ਸੀ, ਹੋਂਦ ਸੀ, ਰੁਤਬਾ ਸੀ। ਅੱਜ ਜਥੇਦਾਰ ਸਾਹਿਬ ਨੂੰ ਇਹ ਕਹਿਣਾ ਪੈ ਰਿਹਾ ਕਿ ਸਾਨੂੰ ਤਰਲੇ ਮਿੰਤੇ ਕਰਨੇ ਪੈ ਰਹੇ ਕਿ ਅਸੀਂ ਕਿਸੇ ਨੂੰ ਮਿਲਣਾ। ਝੂਲ ਤੇ ਨਿਸ਼ਾਨ ਰਹੇ ਪੰਤ ਮਹਾਰਾਜ, ਰਾਜ ਕਰੇਗਾ ਖਾਲਸਾ। ਹਰ ਅਕਾਲੀ ਸਟੇਜ ਤੋਂ ਇਹ ਨਾਰੇ ਲੱਗਿਆ ਕਰਦੇ ਸੀ। ਤੇ ਜਦੋਂ ਤੁਸੀਂ ਆਪਣੀ ਪੋਜੀਸ਼ਨ ਹੀ ਛੱਡ ਦਿਓ, ਫਿਰ ਤੁਸੀਂ ਐਕਸਪੈਕਟ ਕਰੋ ਕਿ ਦੂਜੇ ਲੋਕ ਤੁਹਾਡੀ ਇੱਜ਼ਤ ਕਰਨਗੇ, ਉਹ ਨਹੀਂ ਹੁੰਦਾ। ਜੇ ਗੁਰਚੰਦ ਸਿੰਘ ਟੌੜਾ ਨੇ ਕਿਤੇ ਦਿੱਲੀ 'ਚ ਕਿਸੇ ਨਾਲ ਗੱਲ ਕਰਨੀ ਹੁੰਦੀ ਸੀਗੀ ਤੇ ਉਹਨਾਂ ਦਾ ਜਿਹੜਾ ਪੀਏ ਹੁੰਦਾ ਸੀ ਅਵਿਨਾਸ਼ੀ ਸਿੰਘ, ਆਲ ਪਾਵਰਫੁਲ, ਉਹੀ ਗੱਲ ਕਰਾ ਦਿੰਦਾ ਸੀ। ਬੜਾ ਇਹ ਰੁਤਬਾ ਸੀ। ਹੌਲੀ ਹੌਲੀ ਜਿਹੜਾ SGPC ਦਾ ਪ੍ਰਧਾਨ ਸੀ, ਇਹਦਾ ਰੁਤਬਾ ਇੱਕ ਗੁਰਦੁਆਰੇ ਦੇ ਮੈਨੇਜਰ ਦੇ ਬਰਾਬਰ ਲਿਆਂਦਾ। ਜਦੋਂ ਤੁਸੀਂ ਪ੍ਰਧਾਨ ਨੂੰ ਗੁਰਦੁਆਰੇ ਦਾ ਮੈਨੇਜਰ ਬਣਾ ਦਿਓਗੇ, ਉਹਦਾ ਹਸ਼ਰ ਉਹੀ ਹੋਏਗਾ ਜੋ ਪਰਸੋਂ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਘਰ ਦੇ ਬਾਹਰ ਹੋਇਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਪਰਸੋਂ ਦਹਾੜ ਰਹੇ ਸੀ ਕਿ ਵੀ ਸਾਡੀ ਬੜੀ ਬੇਇੱਜ਼ਤੀ ਕਰਤੀ ਜੀ ਤੇ ਸਾਨੂੰ ਕਿਸੇ ਦੇ ਮਿੰਨਤਾਂ ਤਰਲੇ ਨਹੀਂ ਕਰਨੇ ਚਾਹੀਦੇ। ਜਥੇਦਾਰ ਜੀ, ਤੁਸੀਂ ਆਪ ਤਾਂ ਦੱਸੋ ਨਾ ਪਹਿਲਾਂ ਵੀ ਗਲਤੀ ਕਿੱਥੇ ਹੋਈ ਵੀ ਹੈ। ਜਥੇਦਾਰ ਸਾਹਿਬ ਦੀ ਜਿਹੜੀ ਭਾਸ਼ਾ ਹੈ ਕਿ ਸਾਨੂੰ ਲਾਲੇ ਦੇ ਘਰ ਦੀਆਂ ਲਿੜਕੜੀਆਂ ਕੱਢਣੀਆਂ ਪੈ ਰਹੀਆਂ, ਇੱਕ ਜਥੇਦਾਰ ਦੀ ਭਾਸ਼ਾ ਹੋ ਸਕਦੀ। ਐਂ ਲੱਗਦਾ ਜਿਵੇਂ ਇਹ ਅਕਾਲੀ ਦਲ ਦੀ ਕੋਈ ਹੇਠਲੇ ਪੱਧਰ ਦੀ ਸਿਆਸਤ ਕਰਨ ਲੱਗੇ ਹੋਏ ਹੈ। ਜੋ ਕੁਛ ਇਹ ਕਰ ਰਹੇ ਹਨ, ਇਹਦੇ ਨਾਲ ਅਕਾਲੀ ਦਲ ਰਿਵਾਈਵ ਨਹੀਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਜ਼ੋਰ ਲਗਾ ਰਹੀ, ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਹਾੜਾ ਮਾਰ ਰਹੇ ਨੇ, ਇਹ ਇੱਕ ਹੱਲ ਹੈ ਕਿ ਤੁਹਾਨੂੰ ਲੱਗਦਾ ਕਿ ਜੇ ਅਕਾਲੀ ਦਲ ਨੇ ਸਰਵਾਈਵਲ ਦੁਬਾਰਾ ਮੁੜ ਸਰਜੀਤ ਹੋਣਾ, ਕੋਈ ਹੋਰ ਵੀ ਤੁਹਾਨੂੰ ਵਿਕਲਪ ਲੱਗਦਾ? ਜਦੋਂ ਕਹਿੰਦੇ ਵੀ ਅਕਾਲੀ ਦਲ ਪੰਥਕ ਪਾਰਟੀ ਸੀ, ਪੰਥ ਦਾ ਜਦੋਂ ਸਾਥ ਹੀ ਛੱਡਤਾ, ਪੰਥ ਤੋਂ ਕਿਨਾਰਾ ਕਰ ਲਿਆ ਇਹਨਾਂ ਨੇ, ਫਿਰ ਤਾਂ ਸਧਾਰਨ ਪੋਲੀਟੀਕਲ ਪਾਰਟੀ ਹੈ। ਕਿ ਸੁਖਬੀਰ ਸਿੰਘ ਬਾਦਲ ਦੇ ਬੜੀ ਵਾਰ ਸੁਣਿਆ ਹੈਗਾ, ਹਰ ਹਰ ਮਹਾਦੇਵ ਹਾਲੇਲੂਇਆ, ਇੱਦਾਂ ਦੇ ਉਹ ਨਾਅਰੇ ਵੀ ਲਾ ਦਿੰਦੇ ਹਰ ਧਰਮ ਦੇ, ਚਾਹੇ ਹਿੰਦੂ ਧਰਮ ਹੈ ਚਾਹੇ ਈਸਾਈ ਧਰਮ ਹੈ। ਜਦ ਤੱਕ ਤੁਹਾਡੀ ਆਪਣੀ ਨੀਂਹ ਮਜ਼ਬੂਤ ਨਹੀਂ ਹੈ, ਤੁਸੀਂ ਬਾਕੀਆਂ ਦੇ ਜੋ ਮਰਜ਼ੀ ਨਕਲਾਂ ਮਾਰੀ ਜਾਓ, ਬਾਕੀਆਂ ਦੇ ਜੋ ਮਰਜ਼ੀ ਨਾਅਰੇ ਮਾਰੀ ਜਾਓ। ਜੇ 3 ਸੀਟਾਂ ਰਹਿ ਗਈਆਂ, ਇਹ ਸਾਰੇ ਨਾਅਰੇ ਲਾ ਕੇ ਇਹਦਾ ਕੀ ਮਤਲਬ? ਇਹ ਜਿਹੜੀ ਇਹ ਸਿੱਖਾਂ ਦੀ ਸੰਸਥਾ ਹੈ ਅਕਾਲੀ ਦਲ, ਇਹਨੂੰ ਘੁਣ ਨਹੀਂ ਲੱਗਿਆ ਹੋਇਆ, ਇਹਨੂੰ ਕੈਂਸਰ ਹੋਇਆ। ਕੌਣ ਆ ਨਵਾਂ, ਕੌਣ ਪਾਰਟੀ ਨੂੰ ਸੰਭਾਲੂਗਾ ਜੀ? ਮੈਂ ਇਸ ਗੱਲ 'ਚ ਪੈਂਦਾ ਹੀ ਨਹੀਂ ਵੀ ਕੌਣ ਸੰਭਾਲੂਗਾ। ਸੁਖਬੀਰ ਸਿੰਘ ਜੀ ਤੇ ਬਾਦਲ ਪਰਿਵਾਰ ਇੱਕ ਵਾਰੀ ਪਾਸੇ ਹੋ ਜਾਏ, ਜਿਨ੍ਹਾਂ ਨੇ ਸੰਭਾਲਣਾ ਹੈ ਉਹ ਆ ਜਾਣਗੇ ਸੰਭਾਲ। ਦਿਲ ਸੁਖਬੀਰ ਕੋਸ਼ਿਸ਼ ਤੇ ਬਹੁਤ ਕਰਿਆ ਜੀ। ਉਹਨਾਂ ਨੇ ਪਹਿਲਾਂ ਜਿੰਨੇ ਪੰਥਕ ਧਿਰਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਦਿੱਲੀ ਜਾ ਕੇ ਧਰਨਾ ਵੀ ਦਿੱਤਾ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਅਮਿਤ ਸ਼ਾਹ ਨੂੰ ਵੀ ਫੱਟੀਆਂ ਦਿਖਾਈਆਂ, ਨਿਤਨ ਗਡਕਰੀ ਨੂੰ ਦਿਖਾਈਆਂ, ਪ੍ਰੋਟੈਸਟ ਵੀ ਕੀਤੇ। ਰਿਹਾਈ ਜਿਹੜਾ ਗੀਤ ਸੀ ਉਹ ਵੀ ਗਾ ਕੇ ਸੁਣਾਤਾ ਸੈਂਟਰ ਸਰਕਾਰ ਨੂੰ ਕਿ ਸਾਡੇ ਜਿਹੜੇ ਬੰਦੀ ਸਿੰਘ ਰਿਹਾ ਕਰੋ ਜੀ। ਇਹ ਹੁਣ ਕਿਉਂ ਸੁੱਤੇ ਉੱਠੇ ਆ ਬੰਦੇ ਸਿੰਘਾਂ ਤੇ? ਪਹਿਲਾਂ ਤਾਂ ਗਾਲਾਂ ਕੱਢਦੇ ਰਹੇ ਉਹਨਾਂ ਨੂੰ, ਪਹਿਲਾਂ ਤਾਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਸੀ। ਇਤਿਹਾਸ 'ਚ ਪੂਰਾ ਇਹਨਾਂ ਦਾ। ਕਿਸੇ ਵੇਲੇ ਜ਼ਮਾਨਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਿਨ੍ਹਾਂ 'ਚ ਮਾਸਟਰ ਤਾਰਾ ਸਿੰਘ ਵੀ ਸੀ, ਜੇ ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਿਲਣਾ ਹੁੰਦਾ ਸੀ ਤੇ ਉਹ ਵੱਡੇ ਵੱਡੇ ਦੇਸ਼ ਦੇ ਲੀਡਰ ਬਾਹਰ ਆ ਕੇ ਮਿਲਦੇ ਸੀ ਸਵਾਗਤ ਵਾਸਤੇ। ਤੇ ਹੁਣ ਸਮਾਂ ਇਹ ਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਮੁੱਖ ਮੰਤਰੀਆਂ ਨੂੰ ਮਿਲਣ ਵਾਸਤੇ ਘਰ ਦੇ ਬਾਹਰ ਜਾ ਕੇ ਇੰਤਜ਼ਾਰ ਕਰਨਾ ਪੈਂਦਾ। ਤੇ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਹਿਣਾ ਪੈ ਰਿਹਾ ਕਿ ਹੁਣ ਸਾਨੂੰ ਲਿੜਕੜੀਆਂ ਕੱਢਣੀਆਂ ਪੈ ਰਹੀਆਂ ਨੇ। ਵਜ੍ਹਾ ਕੀ ਆ? ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਇੱਕ ਮੰਚ ਆ। ਇਹ ਕਮਜ਼ੋਰੀ ਆ ਕਿ ਜਦ ਉਹ ਸਮਾਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੁੰਦੀ ਸੀ, ਸ਼੍ਰੋਮਣੀ ਅਕਾਲੀ ਦਲ ਅਲੱਗ ਹੁੰਦਾ ਸੀ, ਤੇ ਅਕਾਲ ਤਖ਼ਤ ਸਾਹਿਬ ਦਾ ਆਪਣਾ ਇੱਕ ਵਜੂਦ ਸੀ। ਸ਼ਾਇਦ ਉਸ ਕਰਕੇ ਉਸ ਸਮੇਂ ਹਰ ਕੋਈ ਮਾਣ ਸਨਮਾਨ ਦਿੰਦਾ ਸੀ। ਇਹ ਪੂਰੇ ਮਸਲੇ ਨੂੰ ਸਮਝਾਂਗੇ ਕਿਉਂਕਿ ਅਕਾਲੀ ਦਲ ਜਾ ਕੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿ ਰਹੇ ਨੇ ਕਿ ਗੁਰਦੁਆਰਿਆਂ ਦੇ ਬਾਹਰ, ਸਕੂਲਾਂ ਦੇ ਬਾਹਰ, ਕਾਲਜਾਂ ਦੇ ਬਾਹਰ ਬੰਦੀ ਸਿੰਘਾਂ ਦੇ ਪੂਰੇ ਵੇਰਵੇ ਲਗਾਏ ਜਾਣ। ਤੇ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਤੇ ਲੇਖਕ ਸਰਦਾਰ ਜਗਤਾਰ ਸਿੰਘ ਹੋਣੀ, ਉਹਨਾਂ ਕੋਲ ਪੂਰਾ ਮਸਲਾ ਸਮਝਣ ਦਾ ਯਤਨ ਕਰਾਂਗੇ। ਭਾਈ, ਕੀ ਲੱਗਦਾ ਹੈਗਾ ਕਿ ਮਾਸਟਰ ਤਾਰਾ ਸਿੰਘ ਦਾ ਸਮਾਂ ਸੀ, ਜਥੇਦਾਰ ਗੁਰਚੰਦ ਸਿੰਘ ਟੌੜਾ ਦਾ ਆਪਣਾ ਇੱਕ ਵਜੂਦ ਸੀ, ਹੋਂਦ ਸੀ, ਰੁਤਬਾ ਸੀ, ਤੇ ਅੱਜ ਜਥੇਦਾਰ ਸਾਹਿਬ ਨੂੰ ਇਹ ਕਹਿਣਾ ਪੈ ਰਿਹਾ ਕਿ ਸਾਨੂੰ ਤਰਲੇ ਮਿੰਤੇ ਕਰਨੇ ਪੈ ਰਹੇ ਕਿ ਅਸੀਂ ਕਿਸੇ ਨੂੰ ਮਿਲਣਾ ਹੈ? ਇੱਕ ਹੋਰ ਵੀ ਆਪਾਂ ਫਰਕ ਲਈਏ ਜੀ। ਮੈਂ 1979 ਤੋਂ ਸਿੱਖ ਸਿਆਸਤ ਕਵਰ ਕਰਦਾ ਆ ਰਹੀ ਜੀ। ਤੇ ਪਿਛਲੇ ਮੈਂ
20-25 ਸਾਲ ਤੋਂ ਦੋ ਨਾਅਰੇ ਅਕਾਲੀ ਦਲ ਦੀ ਸਟੇਜ ਤੋਂ ਕਦੇ ਨਹੀਂ ਸੁਣੇ, ਜਿਹੜੇ ਹਮੇਸ਼ਾ ਹੀ ਲੱਗਦੇ ਸੀ 1920 ਤੋਂ ਬਾਅਦ। ਜੀ ਝੂਲ ਤੇ ਨਿਸ਼ਾਨ ਰਹੇ ਪੰਤ ਮਹਾਰਾਜ ਕੇ, ਰਾਜ ਕਰੇਗਾ ਖਾਲਸਾ। ਹਰ ਅਕਾਲੀ ਸਟੇਜ ਤੋਂ ਇਹ ਨਾਅਰੇ ਲੱਗਿਆ ਕਰਦੇ ਸੀ। ਜੀ ਜਦੋਂ ਇਹ ਬੰਦ ਹੋ ਗਏ ਨਾਅਰੇ ਲੱਗਣੇ, ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਦਾ ਜਿਹੜਾ ਖਾਸਾ ਸੀ ਬੇਸਿਕ, ਉਸ ਤੋਂ ਇਹ ਪਾਰਟੀ ਪਿੱਛੇ ਹਟਣੀ ਸ਼ੁਰੂ ਹੋ ਗਈ। ਜੀ ਤੇ ਜਦੋਂ ਤੁਸੀਂ ਆਪਣੀ ਪੋਜੀਸ਼ਨ ਹੀ ਛੱਡ ਦਿਓ ਤੇ ਫਿਰ ਤੁਸੀਂ ਐਕਸਪੈਕਟ ਕਰੋ ਕਿ ਦੂਜੇ ਲੋਕ ਤੁਹਾਡੀ ਇੱਜ਼ਤ ਕਰਨਗੇ, ਉਹ ਨਹੀਂ ਹੁੰਦਾ। ਨਾਲ ਇੱਕ ਗੱਲ ਹੋਰ ਸਮਝਣ ਵਾਲੀ ਗੱਲ ਹੈ, ਜੀ 1920 ਤੋਂ ਬਾਅਦ ਜੀ ਸ਼੍ਰੋਮਣੀ ਕਮੇਟੀ ਬਣੀ, ਵਿੱਚ ਨਾਲ ਅਕਾਲੀ ਦਲ ਬਣਿਆ। ਇਹ ਤਿੰਨ ਸੰਸਥਾਵਾਂ ਸਿੱਖਾਂ ਦੀਆਂ ਬਣ ਗਈਆਂ, ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ। ਤਿੰਨੇ ਇੰਟਰਕਨੈਕਟਡ ਹੈ, ਆਰਗੈਨਿਕ ਇਹਨਾਂ ਦਾ ਕਨੈਕਸ਼ਨ ਤਿੰਨਾਂ ਦਾ ਆਪਸ ਦੇ ਵਿੱਚ। ਜੀ ਇਹ ਨਹੀਂ ਸੀ ਹੁੰਦਾ ਬਈ ਕੋਈ ਕਿਹਦੇ ਥੱਲੇ ਲਾ ਕੇ ਕੰਮ ਕਰ ਰਹੀ ਹੈ। SGPC ਦਾ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਵੀ ਹੈ, ਵੱਡੇ ਵੱਡੇ ਨਾਂ ਰਹੇ ਹੈ, ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ। ਪ੍ਰੀ ਪਾਰਟੀਸ਼ਨ ਦੇ ਵਿੱਚ, ਪਾਰਟੀਸ਼ਨ ਤੋਂ ਬਾਅਦ ਸੰਤ ਚੰਨਣ ਸਿੰਘ ਤੇ ਗੁਰਚਰਨ ਸਿੰਘ ਅਰੋੜਾ ਤਾਂ ਗੱਲ ਹੀ ਹੋਰ ਸੀ। ਉਹਨਾਂ ਨੇ ਤਾਂ ਟੋਟਲ 27 ਸਾਲ ਪ੍ਰਧਾਨਗੀ ਮਾਣੀ ਹੈ। ਦੋ ਪ੍ਰਧਾਨ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਅਕਾਲੀ SGPC ਦੀ ਪ੍ਰਧਾਨਗੀ ਕੀਤੀ, ਜਹੇਦਾਰ ਟੌੜਾ ਤੇ ਮਾਸਟਰ ਤਾਰਾ ਸਿੰਘ। ਮੈਨੂੰ ਯਾਦ ਹੈ ਕਿ ਜੇ ਗੁਰਚਰਨ ਸਿੰਘ ਟੌੜਾ ਨੇ ਕਿਤੇ ਦਿੱਲੀ 'ਚ ਕਿਸੇ ਨਾਲ ਗੱਲ ਕਰਨੀ ਹੁੰਦੀ ਸੀਗੀ ਤੇ ਉਹਨਾਂ ਦਾ ਜਿਹੜਾ PA ਹੁੰਦਾ ਸੀ ਅਵਿਨਾਸ਼ੀ ਸਿੰਘ, ਆਲ ਪਾਵਰਫੁਲ, ਉਹੀ ਗੱਲ ਕਰਾ ਦਿੰਦਾ ਸੀ ਬੁਲਾ ਕੇ। ਇਹ ਰੁਤਬਾ ਸੀ। ਹੁਣ ਤਾਂ ਇਹ ਬਾਹਰ ਖੜ੍ਹ ਕੇ ਮੁੜ ਕੇ ਆ ਗਏ। SGPC ਦਾ ਪ੍ਰਧਾਨ ਕਿਸੇ ਗੁਰਦੁਆਰੇ ਦਾ ਮੈਨੇਜਰ ਨਹੀਂ ਸੀ ਸਿਰਫ। ਹੋਇਆ ਇਹ ਹੈ ਕਿ ਇਨ ਬਰੀਫ 1997 ਤੋਂ ਬਾਅਦ, ਜਾਂ ਤੁਸੀਂ ਐਗਜ਼ੈਕਟ ਕਹਿ ਲਓ 99 ਤੋਂ ਬਾਅਦ, ਹੌਲੀ ਹੌਲੀ ਜਿਹੜਾ SGPC ਦਾ ਪ੍ਰਧਾਨ ਸੀ, ਇਹਦਾ ਰੁਤਬਾ ਇੱਕ ਗੁਰਦੁਆਰੇ ਦੇ ਮੈਨੇਜਰ ਦੇ ਬਰਾਬਰ ਲਿਆਂਦਾ। ਜਦੋਂ ਤੁਸੀਂ ਪ੍ਰਧਾਨ ਨੂੰ ਗੁਰਦੁਆਰੇ ਦਾ ਮੈਨੇਜਰ ਬਣਾ ਦਿਓਗੇ, ਉਹਦਾ ਹਸ਼ਰ ਉਹੀ ਹੋਏਗਾ ਜੋ ਪਰਸੋਂ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਘਰ ਦੇ ਬਾਹਰ ਹੋਇਆ। ਅੱਜ ਐਡਵੋਕੇਟ ਧਾਮੀ ਸਾਹਿਬ ਕਹਿ ਰਹੇ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਿਸ਼ਟਾਚਾਰ ਦਾ ਨਹੀਂ ਪਤਾ ਹੈਗਾ। ਉਹਨਾਂ ਨੂੰ ਤਾਂ ਪਤਾ ਹੈ, ਇਹਨਾਂ ਨੂੰ ਨਹੀਂ ਪਤਾ ਵੀ ਸਾਡੀ ਪੋਜੀਸ਼ਨ ਕੀ ਸੀ। ਜੇ ਪਤਾ ਹੈ ਤੇ ਕਹਿਣ ਦੀ ਜ਼ਰੂਰਤ ਨਹੀਂ ਕਰਦੇ। ਇਹ ਦੱਸਣ ਸਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਪਰਸੋਂ ਦਹਾੜ ਰਹੇ ਸੀ ਕਿ ਵੀ ਸਾਡੀ ਬੜੀ ਬੇਇੱਜ਼ਤੀ ਕਰਤੀ ਜੀ ਅਤੇ ਸਾਨੂੰ ਕਿਸੇ ਦੇ ਮਿੰਨਤਾਂ ਤਰਲੇ ਨਹੀਂ ਕਰਨੇ ਚਾਹੀਦੇ। ਜਥੇਦਾਰ ਜੀ ਤੁਸੀਂ ਆਪ ਤਾਂ ਦੱਸੋ ਨਾ ਪਹਿਲਾਂ ਵੀ ਗਲਤੀ ਕਿੱਥੇ ਹੋਈ ਵੀ ਹੈ। ਇਹ ਜਿਹੜਾ ਇੰਨਾ ਵੱਡਾ ਨਿਗਾਰ ਆਇਆ ਹੈ ਤਿੰਨਾਂ ਹੀ ਸਿੱਖ ਇੰਸਟੀਟਿਊਸ਼ਨਸ ਦਾ, ਇਹਦੇ ਵਾਸਤੇ ਜ਼ਿੰਮੇਦਾਰ ਕੌਣ ਹੈ? ਤਾਂ ਲੱਗਦਾ ਕਿ ਜਥੇਦਾਰ ਸਾਹਿਬ ਦੀ ਜਿਹੜੀ ਭਾਸ਼ਾ ਹੈ ਕਿ ਸਾਨੂੰ ਲਾਲੇ ਦੇ ਘਰ ਦੀਆਂ ਲਿੜਕੜੀਆਂ ਕੱਢਣੀਆਂ ਪੈ ਰਹੀਆਂ, ਇੱਕ ਜਥੇਦਾਰ ਦੀ ਭਾਸ਼ਾ ਹੋ ਸਕਦੀ ਜੀ? ਨਹੀਂ, ਮੇਰੇ ਖਿਆਲ ਦੇ ਵਿੱਚ ਇਹ ਨਿੰਦਣਯੋਗ ਹੈ। ਜਥੇਦਾਰ ਸਾਹਿਬ ਦਾ ਜਿਹੜਾ ਸਟੇਚਰ ਹੈ ਉਹ ਇੱਕ ਬਹੁਤ ਵੱਡਾ ਸੀਗਾ। ਇਹ ਆਪਣੇ ਆਪ ਨੂੰ ਜਿਵੇਂ ਐਂ ਲੱਗਦਾ ਹੈ ਜਿਵੇਂ ਇਹ ਅਕਾਲੀ ਦਲ ਦੀ ਕੋਈ ਹੇਠਲੇ ਪੱਧਰ ਦੀ ਸਿਆਸਤ ਕਰਨ ਲੱਗੇ ਹੋਏ ਹੈ। ਜੋ ਕੁਛ ਇਹ ਕਰ ਰਹੇ ਹੈ ਨਾ, ਇਹਦੇ ਨਾਲ ਅਕਾਲੀ ਦਲ ਰਿਵਾਈਵ ਨਹੀਂ ਹੋਣਾ। ਇਹ ਇਹੋ ਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ, ਜਦੋਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਦੱਸਣ ਵੀ ਇਹ ਜਿਹੜਾ ਨਿਗਾਰ ਹੈ ਕਿਵੇਂ ਆਇਆ, ਇਹ ਘੱਟੋ ਘੱਟ ਆਪਣੀ ਹੀ ਸਪੀਚ ਸੁਣ ਲੈਣ ਜਿਹੜੀ ਇਹਨਾਂ ਨੇ SGPC ਦੇ 100 ਸਾਲਾ ਐਨੀਵਰਸਰੀ 'ਤੇ ਮਨਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਦਿੱਤੀ ਸੀ ਜੀ। ਉਹ ਤੋਂ ਲੱਗਦਾ ਹੀ ਨਹੀਂ ਸੀ ਕਿ ਕੋਈ ਜਥੇਦਾਰ ਅਕਾਲ ਤਖਤ SGPC ਦੇ 100 ਸਾਲਾ ਫੰਕਸ਼ਨ 'ਤੇ ਸਪੀਚ ਦੇ ਰਿਹਾ ਹੈ। ਐਂ ਲੱਗ ਰਿਹਾ ਸੀਗਾ ਜਿਵੇਂ ਇਹ ਬਾਦਲਾਂ ਨੂੰ ਹੋਰ ਉੱਚਾ ਚੁੱਕਣਾ ਚਾਹੁੰਦੇ ਆ। ਲੱਗਦਾ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੂਰਾ ਜ਼ੋਰ ਲੱਗਾ ਹੋਇਆ ਉਹਨਾਂ ਦਾ, ਅਕਾਲੀ ਦਲ ਦਾ ਸਰਵਾਈਵਲ ਬੜਾ ਜ਼ਰੂਰੀ ਆ। ਲੋਕ ਕਹਿੰਦੇ ਕਿ ਅਕਾਲੀ ਦਲ ਇੱਕ ਸੋਚ ਆ, ਉਹ ਸੋਚ ਖਤਮ ਨਹੀਂ ਹੋ ਸਕਦੀ, ਪਰ ਉਹਨੂੰ ਉੱਪਰ ਚੁੱਕਣ ਵਾਸਤੇ ਵੀ ਯਤਨ ਕਰਨੇ ਪੈਣਗੇ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਜ਼ੋਰ ਲਗਾ ਰਹੀ, ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਹਾੜਾ ਮਾਰ ਰਹੇ ਨੇ, ਇਹੀ ਇੱਕ ਹੱਲ ਆ?
ਕਿ ਤੁਹਾਨੂੰ ਲੱਗਦਾ ਕਿ ਜੇ ਅਕਾਲੀ ਦਲ ਨੇ ਸਰਵਾਈਵਲ ਦੁਬਾਰਾ ਮੁੜ ਸਰਜੀਤ ਹੋਣਾ, ਕੋਈ ਹੋਰ ਵੀ ਤੁਹਾਨੂੰ ਵਿਕਲਪ ਲੱਗਦਾ? ਮੈਂ ਸ਼ੁਰੂ ਆਪਣੀ ਗੱਲ ਕੀਤੀ ਸੀ, ਮੈਂ ਦੋ ਨਾਅਰੇ ਕਦੇ ਨਹੀਂ ਸੁਣੇ ਜੀ। ਗੱਲ ਤਾਂ ਉੱਥੇ ਫਸੀ ਹੋਈ ਆ ਕਿ ਜਦੋਂ ਕਹਿੰਦੇ ਵੀ ਅਕਾਲੀ ਦਲ ਪੰਥਕ ਪਾਰਟੀ ਸੀ, ਪੰਥ ਦਾ ਜਦੋਂ ਸਾਥ ਹੀ ਛੱਡਤਾ ਜੀ, ਪੰਥ ਤੋਂ ਕਿਨਾਰਾ ਕਰ ਲਿਆ ਇਹਨਾਂ ਨੇ, ਫਿਰ ਤਾਂ ਸਧਾਰਨ ਪੋਲੀਟੀਕਲ ਪਾਰਟੀ ਹੈ। ਫਿਰ ਅਕਾਲ ਤਖਤ ਦਾ ਜਥੇਦਾਰ ਦਾ ਕੀ ਰੋਲ ਰਹਿ ਗਿਆ ਉਹਦੇ ਵਿੱਚ, ਜਾਂ ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਧਾਨ ਦਾ ਕੀ ਰੋਲ ਰਹਿ ਗਿਆ? ਜੀ। ਮੈਨੂੰ ਲੱਗਦਾ ਕਿ ਅਕਾਲੀ ਦਲ ਜਿਹੜੇ ਦੋ ਨਾਅਰੇ ਉਹਨਾਂ ਨੇ ਛੱਡਤੇ ਹੈਗੇ ਨੇ, ਆਪਣੇ ਨੂੰ ਇੱਕ ਸੈਕੂਲਰ ਸ਼ੋਅ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੇ ਬੜੀ ਵਾਰ ਸੁਣਿਆ ਹੈਗਾ ਹਰ ਹਰ ਮਹਾਦੇਵ ਹਾਲੇਲੂਇਆ, ਇੱਦਾਂ ਦੇ ਉਹ ਨਾਅਰੇ ਵੀ ਲਾ ਦਿੰਦੇ ਹਰ ਧਰਮ ਦੇ, ਚਾਹੇ ਹਿੰਦੂ ਧਰਮ ਆ ਚਾਹੇ ਈਸਾਈ ਧਰਮ ਆ। ਤਾਂ ਲੱਗਦਾ ਕਿ ਇਹ ਵੀ ਇੱਕ ਨਵੇਕਲਾ ਵੀ ਹਾਂ ਅਸੀਂ ਸਿਰਫ ਪੰਥ ਦੇ ਨਹੀਂ ਹੈ, ਅਸੀਂ ਸੈਕੂਲਰ ਆ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ, ਸਾਰੇ ਫਿਰਕੇ ਨੂੰ ਅਸੀਂ ਨਾਲ ਲੈ ਕੇ ਚੱਲਦੇ ਹਾਂ। ਪੰਥ ਤਾਂ ਆਪਣੇ ਆਪ ਦੇ ਵਿੱਚ ਹੀ ਸੈਕੂਲਰ ਹੈ, ਜਿਹੜੇ ਸਿੱਖ ਫਿਲਾਸਫੀ ਹੈ ਅਤੇ ਉਹ ਤਾਂ ਸੈਕੂਲਰ ਨਾਲੇ ਕਹਿੰਦੇ ਦਰਬਾਰ ਸਾਹਿਬ ਦੇ 4 ਦਰਵਾਜ਼ੇ ਹੈ, ਸਾਰੇ ਵਾਸਤੇ ਬਰਾਬਰ ਹੈ। ਫਿਰ ਇਹ ਕਿੱਧਰ ਨੂੰ ਗੱਲ ਤੁਰੀ ਵੀ ਹੈ, ਕਿਸੇ ਗੱਲ 'ਤੇ ਤਾਂ ਖੜ੍ਹੇ ਹੋਣ। ਜਿਹੜੀ ਅਕਾਲੀ ਦਲ ਦੀ ਫਿਲਾਸਫੀ ਹੈ ਉਹ ਤਾਂ ਦਰਬਾਰ ਸਾਹਿਬ 'ਚੋਂ ਹੀ ਨਿਕਲਦੀ ਹੈ, ਅਤੇ ਨਾਲੇ ਕਹਿੰਦੇ ਦਰਬਾਰ ਸਾਹਿਬ ਸੈਕੂਲਰ, 4 ਦਰਵਾਜ਼ੇ ਉਹਦੇ, ਸਾਰੇ ਧਰਮ ਬਰਾਬਰ ਆ ਉੱਥੇ। ਮਤਲਬ ਅਕਾਲੀ ਦਲ ਸੁਖਬੀਰ ਨੂੰ ਬੋਲੇ ਸੋਹਣੇ ਵਾਲ ਸਤਿ ਸ੍ਰੀ ਅਕਾਲ ਤੋਂ ਬਾਅਦ ਹੋਰ ਕਿਸੇ ਫਿਰਕੇ ਦਾ ਜਿਹੜਾ ਉੱਥੋਂ ਦੇ ਆਦਰ ਵਾਲੇ ਨਾਅਰੇ ਹੁੰਦੇ ਨੇ, ਜਾਂ ਕਹਿ ਸਕਦੇ ਕਿ ਇੱਕ ਸੋਚ ਜੀ ਹੁੰਦੀ ਹੈ, ਜਾਂ ਇੱਕ ਇਕੱਠੇ ਕਰਨ ਦਾ ਜਿਹੜਾ ਹੁੰਦਾ ਹੈ ਹੱਲਾਸ਼ੇਰੀ, ਉਹ ਨਹੀਂ ਜ਼ਰੂਰਤ ਹੈਗੀ ਜੀ। ਜਦ ਤੱਕ ਤੁਹਾਡੀ ਆਪਣੀ ਨੀਂਹ ਮਜ਼ਬੂਤ ਨਹੀਂ ਹੈ, ਤੁਸੀਂ ਬਾਕੀਆਂ ਦੇ ਜੋ ਮਰਜ਼ੀ ਨਕਲਾਂ ਮਾਰੀ ਜਾਓ, ਬਾਕੀ ਦੇ ਜੋ ਮਰਜ਼ੀ ਨਾਅਰੇ ਮਾਰੀ ਜਾਓ। ਜੇ 3 ਸੀਟਾਂ ਰਹਿ ਇਹ ਸਾਰੇ ਨਾਅਰੇ ਲਾ ਕੇ ਇਹਦਾ ਕੀ ਮਤਲਬ ਹੈ? ਇਹ ਮੈਂ ਹੋਰ ਢੰਗ ਨਾਲ ਗੱਲ ਕਰ ਦਿੰਦਾ ਥੋੜ੍ਹੀ ਜਿਹੀ, ਸ਼ਾਇਦ ਕੁਛ ਲੋਕਾਂ ਨੂੰ ਮਾੜੀ ਲੱਗੇ। ਇਹ ਜਿਹੜੀ ਇਹ ਸਿੱਖਾਂ ਦੀ ਸੰਸਥਾ ਹੈ ਅਕਾਲੀ ਦਲ, ਮੈਂ ਥੋੜ੍ਹਾ ਜਿਹਾ ਅੱਗੇ ਚੱਲ ਕੇ ਕਹਿੰਦਾ ਵੀ ਇਹਨੂੰ ਘੁਣ ਨਹੀਂ ਲੱਗਿਆ ਹੋਇਆ, ਇਹਨੂੰ ਕੈਂਸਰ ਹੋਇਆ ਹੋਇਆ, ਅਤੇ ਜਿਸ ਅੰਗ ਨੂੰ ਕੈਂਸਰ ਹੋ ਜਾਏ ਨਾ, ਉਹਦਾ ਆਪਰੇਸ਼ਨ ਕਰਨਾ ਬਹੁਤ ਜ਼ਰੂਰੀ ਹੁੰਦਾ। ਕਹਿੰਦੇ ਕੈਂਸਰ ਦੇ ਲੱਗਾ ਹੈਗਾ, ਸਾਡੇ ਕੋਲ ਇਲਾਜ ਕਰਨ ਵਾਲੇ ਨਹੀਂ ਕੋਈ ਹੈਗਾ ਜੀ। ਕਿਵੇਂ ਹੋ ਸਕਦਾ ਕਿ ਪਾਰਟੀ ਨੂੰ ਕਿਵੇਂ ਬਦਲਿਆ ਜਾ ਸਕਦਾ ਪ੍ਰਧਾਨ? ਸਾਡੇ ਕੋਲ ਤਾਂ ਕੋਈ ਵਿਕਲਪ ਨਹੀਂ ਹੈਗਾ ਜੀ। ਸਾਡੇ ਕੋਲ ਤਾਂ ਮੋੜ ਕੇ ਉੱਥੇ ਸੁਖਬੀਰ ਸਿੰਘ ਬਾਦਲ ਤੇ ਢਹਿ ਗਿਆ। ਕੌਣ ਆ ਨਵਾਂ, ਕੌਣ ਪਾਰਟੀ ਨੂੰ ਸੰਭਾਲੂਗਾ ਜੀ? ਮੈਂ ਇਸ ਗੱਲ 'ਚ ਪੈਂਦਾ ਹੀ ਨਹੀਂ ਵੀ ਕੌਣ ਸੰਭਾਲੂਗਾ। ਸੁਖਬੀਰ ਸਿੰਘ ਜੀ ਅਤੇ ਬਾਦਲ ਪਰਿਵਾਰ ਇੱਕ ਵਾਰੀ ਪਾਸੇ ਹੋ ਜਾਏ, ਜਿਨ੍ਹਾਂ ਨੇ ਸੰਭਾਲਣਾ ਹੈ ਉਹ ਆ ਜਾਣਗੇ ਸੰਭਾਲਣ ਵਾਲੇ, ਨਹੀਂ ਤਾਂ ਫਿਰ ਕੋਈ ਹੋਰ ਸੰਭਾਲ ਲਊਗਾ। ਇਹ ਵੀ ਧਿਆਨ ਰੱਖੋ, ਪਹਿਲਾਂ ਵੀ ਹੋ ਚੁੱਕਿਆ। ਜਦੋਂ ਸਾਨੂੰ ਜਰਨੈਲ ਸਿੰਘ ਪੈਦਾ ਹੁੰਦੇ ਹੈ, ਮਰਜ ਹੁੰਦੇ ਹੈ ਸਡਨਲੀ ਵਿੱਚੋਂ, ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਰੋਲ ਉਸ ਵੇਲੇ ਵੀ ਨੈਗੇਟਿਵ ਸੀ ਸਿੱਖਾਂ ਬਾਰੇ, ਜਦੋਂ ਨਰਕਾਰੀਆਂ ਦਾ ਕਲੈਸ਼ ਹੋਇਆ ਹਾਂਜੀ, ਉਹਦੇ ਵਿੱਚੋਂ ਸਾਨੂੰ ਜਰਨੈਲ ਸਿੰਘ ਨਿਕਲੇ ਸੀਗੇ। ਅਤੇ ਹੁਣ ਵੀ ਮੈਂ ਨਹੀਂ ਕਹਿੰਦਾ ਵੀ ਜ਼ਰੂਰ ਸਾਨੂੰ ਜਰਨੈਲ ਸਿੰਘ ਵਰਗਾ ਹੀ ਕੋਈ ਬੰਦਾ ਨਿਕਲੇਗਾ, ਲੀਡਰਸ਼ਿਪ ਨਵੀਂ ਪੈਦਾ ਹੋ ਜਾਏਗੀ। ਲੱਗਦਾ ਜਿਸ ਤਰ੍ਹਾਂ ਮਨਪ੍ਰੀਤ ਇਆਲੀ ਨੇ ਇੱਕ ਵੱਡਾ ਸਟੈਂਡ ਲਿਆ, ਸੁਖਬੀਰ ਬਾਦਲ ਨੂੰ ਚੁਣੌਤੀ ਦੇ ਦਿੱਤੀ ਕਿ ਜਿਹੜਾ ਇਕਬਾਲ ਸਿੰਘ ਝੁੰਦਾ ਵਾਲੀ ਕਮੇਟੀ ਉਹ ਰਿਪੋਰਟ ਲਾਗੂ ਕੀਤੀ ਜਾਵੇ, ਤਾਂ ਲੱਗਦਾ ਕਿ ਇੱਦਾਂ ਦੇ ਚਿਹਰੇ ਅੱਗੇ ਆਉਣ ਦੇ ਨਾਲ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ ਹੈਗਾ, ਕਿ ਜਾਂ ਮਨਪ੍ਰੀਤ ਇਆਲੀ ਦਾ ਬੋਲਣਾ, ਉਹਦਾ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰਨਾ ਹੈਗਾ, ਕੋਈ ਉਹਦੇ ਮਨਸ਼ੇ ਹੋਰ ਨੇ, ਮਾਇਨੇ ਹੋਰ ਨੇ, ਜਾਂ ਉਹਨਾਂ ਦੇ ਪਿੱਛੇ ਵੀ ਕੋਈ ਹੋਰ ਹੈ? ਜਦੋਂ ਆਪਣੇ 2012 ਦੀ ਇਲੈਕਸ਼ਨ ਅਕਾਲੀ ਦਲ ਦੁਬਾਰਾ ਜਿੱਤਿਆ, ਉਦੋਂ ਲੋਕਾਂ ਨੇ ਬੜੀ ਤਾਰੀਫ ਕੀਤੀ ਕਿ ਸੁਖਬੀਰ ਸਿੰਘ ਜੀ ਇਲੈਕਸ਼ਨ ਮੈਨੇਜਰ, ਸਟ੍ਰੈਟਜਿਸਟ ਬਹੁਤ ਕਮਾਲ ਦੇ। ਜਦੋਂ ਪਾਰਟੀ ਜਿੱਤੀ ਹੈ ਉਦੋਂ ਤਾਂ ਕ੍ਰੈਡਿਟ ਦਿੰਦੇ ਸੁਖਬੀਰ ਸਿੰਘ ਬਾਦਲ ਨੂੰ, ਅਤੇ ਜਦੋਂ ਪਾਰਟੀ ਹਾਰੀ ਹੈ ਉਹਦਾ ਡਿਸਕ੍ਰੈਡਿਟ ਵੀ ਤਾਂ ਉਹਨਾਂ ਨੂੰ ਹੀ ਜਾਏਗਾ ਨਾ। ਫਿਰ ਮਨਪ੍ਰੀਤ ਇਆਲੀ ਜਾਂ ਕਿਸੇ ਚੰਦੂਮਾਜਰਾ ਨੂੰ ਨਹੀਂ ਜਾਏਗਾ, ਉਹ ਵੀ ਸੁਖਬੀਰ ਸਿੰਘ ਬਾਦਲ ਨੂੰ ਹੀ ਜਾਏਗਾ। ਜੇ ਉਹਨੂੰ ਜਾਏਗਾ ਤਾਂ ਇੰਨੀਆਂ ਹਾਰਾਂ ਤੋਂ ਬਾਅਦ ਉਹਦਾ ਇਖਲਾਕੀ ਉਹ ਕੋਈ ਹੱਕ ਹੈ ਹੀ ਨਹੀਂ ਕੰਟੀਨਿਊ ਕਰਨ ਦਾ। ਪਾਰਟੀ ਆਪਾਂ ਐਗਜ਼ਾਮਪਲ ਦੇਖ ਰਹੇ ਹਾਂ ਡਾਇਨੈਸਟਿਕ ਪਾਰਟੀ ਕਾਂਗਰਸ ਦੀ। ਜੀ। 2 ਪਾਰਟੀਆਂ ਸਭ ਤੋਂ ਪੁਰਾਣੀਆਂ ਹਿੰਦੁਸਤਾਨ ਦੇ ਵਿੱਚ, ਕਾਂਗਰਸ ਅਤੇ ਅਕਾਲੀ ਦਲ। ਕਾਂਗਰਸ ਹਿੰਦੁਸਤਾਨੀਆਂ ਦੀ ਪਹਿਲੀ ਪਾਰਟੀ ਹੈ, ਅਕਾਲੀ ਦਲ ਹਿੰਦੁਸਤਾਨੀਆਂ ਦੀ ਪਹਿਲੀ ਪਾਰਟੀ ਹੈ। ਕਾਂਗਰਸ ਤਾਂ ਬਣਾਈ ਅੰਗਰੇਜ਼ਾਂ ਨੇ। ਸੋ ਦੋਵੇਂ ਪਾਰਟੀਆਂ ਇੱਕ ਆਪਣੀਆਂ ਫੈਮਲੀਜ਼ ਕੰਟਰੋਲ ਕਰਦੀਆਂ, ਤਾਂ ਦੋਵਾਂ ਦਾ ਹਾਲ ਸਾਹਮਣੇ ਆ ਸਭ ਦੇ। ਜਦ ਤੱਕ ਇਹ ਟੱਬਰ ਪਾਸੇ ਨਹੀਂ ਹੁੰਦੇ, ਇਹ ਪਾਰਟੀਆਂ ਰਿਵਾਈਵ ਨਹੀਂ ਹੁੰਦੀਆਂ। ਅਕਾਲੀ ਦਲ ਦਾ ਹਾਲ ਵੀ ਇਹੀ ਹੈ, ਜਦ ਤੱਕ ਇਹ ਟੱਬਰ ਪਾਸੇ ਨਹੀਂ ਹੁੰਦਾ, ਜਿਹੜਾ ਮਰਜ਼ੀ ਆ ਜਾਏ। ਮੈਂ ਇਸ ਗੱਲ 'ਚ ਪੈਂਦਾ ਹੀ ਨਹੀਂ ਕਿ ਕੌਣ ਆ ਸਕਦਾ, ਕਦੇ ਵੈਕਿਊਮ ਨਹੀਂ ਰਹਿੰਦਾ ਹੁੰਦਾ। ਇਹਨਾਂ ਨਾਲੋਂ ਤਾਂ ਦੇਖੋ ਜਿਹੜਾ ਵੀ ਆਏਗਾ ਨਾ, ਮੇਰੇ ਖਿਆਲ ਦੇ ਵਿੱਚ ਉਹਦੇ ਨਾਲ ਉਹਨੂੰ ਲੋਕ ਜ਼ਿਆਦਾ ਉਹਦੇ ਮਗਰ ਲੱਗਣਗੇ। ਬਾਦਲ ਟੱਬਰ ਪਾਰਟੀ ਨੂੰ ਛੱਡ ਨਹੀਂ ਰਿਹਾ, ਜਾਂ ਪਾਰਟੀ ਇਹਨਾਂ ਨੂੰ ਨਹੀਂ ਛੱਡ ਰਹੀ ਜੀ? ਨਹੀਂ, ਮੇਰੇ ਖਿਆਲ ਦੇ ਵਿੱਚ
ਇਹ ਆਪ ਨਹੀਂ ਛੱਡਣਾ ਚਾਹੁੰਦੇ। ਉਹਦਾ ਕਾਰਨ ਇੱਕ ਹੋਰ ਵੀ ਹੈ, ਇਹ SGPC ਆਪਣੇ ਗਲਬੇ 'ਚੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ। PTC ਗਰੁੱਪ ਦੀਆਂ 13 ਚੈਨਲਸ ਹੈ, ਅਤੇ ਜੇ ਦਰਬਾਰ ਸਾਹਿਬ ਤੋਂ ਗੁਰਬਾਣੀ ਲਾਈਵ ਟੈਲੀਕਾਸਟ ਸਭ ਨੂੰ ਓਪਨ ਕਰ ਦਿਓ ਅਤੇ ਇਹਨਾਂ ਦਾ ਪ੍ਰੋਫਿਟ ਖਤਮ ਹੋ ਜਾਂਦਾ। ਇਹ ਬਿਜ਼ਨਸ ਕੰਸਰਨ ਬਹੁਤ ਵੱਡੇ ਹੈ ਇਹਨਾਂ ਦੇ। ਇਹਨਾਂ ਸਾਰਾ ਨੁਕਸਾਨ ਹੋਣ ਤੋਂ ਬਾਅਦ, ਸਿਆਸੀ ਪੱਧਰ 'ਤੇ ਸਿੱਖਾਂ ਦਾ ਨੁਕਸਾਨ ਕਰਨ ਤੋਂ ਬਾਅਦ, ਅਕਾਲ ਤਖ਼ਤ ਦਾ ਨੁਕਸਾਨ ਕਰਨ ਤੋਂ ਬਾਅਦ, SGPC ਦਾ ਨੁਕਸਾਨ ਕਰਨ ਤੋਂ ਬਾਅਦ ਵੀ ਇਹਨਾਂ ਦਾ ਮੈਨੂੰ ਇਹ ਲੱਗ ਰਿਹਾ ਜਿਹੜਾ ਪ੍ਰਾਇਮਰੀ ਕੰਸਰਨ ਹੈ ਇਸ ਵੇਲੇ ਆਪਣਾ ਬਿਜ਼ਨਸ ਹੈ। ਲੋਕ ਤੇ ਕਹਿੰਦੇ ਨੇ ਕਿ ਸੁਬੀਰ ਕੋਲ ਨਾਲ ਹੁਣ ਪਾਰਟੀ ਰਹੀ ਨਾ ਵਪਾਰ ਰਿਹਾ। ਵਪਾਰ ਤਾਂ ਹੈਗਾ। ਇਹਨਾਂ ਰੌਲਾ ਪਿਆ ਜਦੋਂ ਪਿੱਛੇ ਇੱਕ ਕੇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਉਹ ਆਪਣੀ ਯਾਦ ਕਰ ਲੈਣ ਨਾ। ਉਹਨਾਂ ਨੇ SGPC ਨੂੰ ਕਿਹਾ ਸੀ ਵੀ ਤੁਸੀਂ ਆਲਟਰਨੇਟਿਵ ਅਰੇਂਜਮੈਂਟ ਕਰੋ, ਆਪਣੇ ਚੈਨਲ ਸ਼ੁਰੂ ਕਰੋ। ਕਿੱਥੇ ਗਿਆ ਸਾਰਾ ਕੁਛ? ਜਥੇਦਾਰ ਜੀ ਕਿਤੇ ਤਾਂ ਖੜਨਾ ਕਿ ਉਹਨਾਂ ਨੇ ਮੁੜ ਕੇ SGPC ਨੂੰ ਪੁੱਛਿਆ ਵੀ ਤੁਸੀਂ ਆਪਣੀ ਚੈਨਲ ਹੁਣ ਤੱਕ ਕਿਉਂ ਨਹੀਂ ਲਾਈ? ਹੁਣ ਤੱਕ ਤਾਂ ਚੈਨਲ SGPC ਦੀ ਫੰਕਸ਼ਨਲ ਹੋ ਜਾਣੀ ਚਾਹੀਦੀ ਸੀ। ਕੋਈ ਟਾਈਮ ਨਹੀਂ ਲੱਗਦਾ ਬਹੁਤਾ ਜੀ, ਇਕਵਿਪਮੈਂਟ ਮਿਲ ਜਾਂਦਾ ਜੀ, ਬਿਲਕੁਲ ਇਮੀਡੀਏਟਲੀ, ਅਤੇ ਉਹ ਕਿਉਂ ਨਹੀਂ ਹੋਇਆ? ਸੋ ਇਹ ਕਈ ਕੰਪਲੀਕੇਸ਼ਨ ਸਾਰੀਆਂ ਵਿੱਚ ਹੈਗੀਆਂ। ਮੇਰੇ ਖਿਆਲ ਦੇ ਵਿੱਚ ਬਾਦਲ ਪਰਿਵਾਰ ਛੱਡਣਾ ਹੀ ਨਹੀਂ ਚਾਹੁੰਦਾ। ਪਰ ਅਕਾਲੀ ਦਲ ਸੁਬੀਰ ਕੋਸ਼ਿਸ਼ ਤਾਂ ਬਹੁਤ ਕਰਿਆ ਜੀ। ਉਹਨਾਂ ਨੇ ਪਹਿਲਾਂ ਜਿੰਨੇ ਪੰਥਕ ਧਿਰਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਦਿੱਲੀ ਜਾ ਕੇ ਧਰਨਾ ਵੀ ਦਿੱਤਾ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਅਮਿਤ ਸ਼ਾਹ ਨੂੰ ਵੀ ਫੱਟੀਆਂ ਦਿਖਾਈਆਂ, ਨਿਤਨ ਗਡਕਰੀ ਨੂੰ ਦਿਖਾਈਆਂ, ਪ੍ਰੋਟੈਸਟ ਵੀ ਕੀਤੇ। ਰਿਹਾਈ ਜਿਹੜਾ ਗੀਤ ਸੀ ਉਹ ਵੀ ਗਾ ਕੇ ਸੁਣਾਤਾ ਸੈਂਟਰ ਸਰਕਾਰ ਨੂੰ ਕਿ ਸਾਡੇ ਜਿਹੜੇ ਬੰਦੀ ਸਿੰਘ ਰਿਹਾ ਕਰੋ ਜੀ। ਇਹ ਹੁਣ ਕਿਉਂ ਸੁੱਤੇ ਉੱਠੇ ਆ ਬੰਦੇ ਸਿੰਘ? ਅਤੇ ਪਹਿਲਾਂ ਤਾਂ ਗਾਲਾਂ ਕੱਢਦੇ ਰਹੇ ਉਹਨਾਂ ਨੂੰ, ਪਹਿਲਾਂ ਤਾਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਸੀਗੇ। ਇਤਿਹਾਸ ਚੱਕੋ ਨਾ ਇਹਨਾਂ ਦਾ। ਇੱਥੇ ਹੀ ਸਾਰੇ ਜਿਹੜੀ ਡੀਕ੍ਰੀਡੇਸ਼ਨ ਆਈ ਹੈ ਇੱਥੇ ਹੀ ਆਈ ਹੈ। ਇਹ 97 ਤੋਂ ਬਾਅਦ ਲਗਾਤਾਰ ਆਈ ਹੈ, ਇੱਕਦਮ ਨਹੀਂ ਆਈ। ਇਹੀ ਜਿਹੜੇ ਇਹ ਬੰਦੇ ਸਿੰਘ ਹੈ, ਇਹ ਕੌਣ ਲੋਕ ਹੈਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਜੇਲ੍ਹਾਂ 'ਚ ਭੇਜਿਆ? ਪੁਲਿਸ ਅਫਸਰਾਂ ਨੇ ਜਾਂ ਜਿਨ੍ਹਾਂ ਅਫਸਰਾਂ ਨੇ ਇਹ ਮੁੰਡੇ ਫੜ ਕੇ ਮਾਰੇ ਫੇਕ ਐਨਕਾਊਂਟਰ ਦੇ ਵਿੱਚ, ਉਹ ਤਾਂ ਇਹਨਾਂ ਨੇ ਨਵਾਜੇ। ਬਾਦਲ ਸਾਹਿਬ ਨੇ ਵਾਅਦਾ ਕੀਤਾ ਸੀ, 97 ਦਾ ਮੈਨੀਫੈਸਟੋ ਚੱਕ ਲਓ, ਕਿ ਅਸੀਂ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਜ਼ਿਆਦਤੀਆਂ ਕੀਤੀਆਂ ਅਤੇ ਮੁੰਡੇ ਮਾਰੇ ਹੈ। ਅਤੇ ਮਾਰਚ ਵਿੱਚ ਸਰਕਾਰ ਬਣਦੀ, ਅਗਸਤ ਦੇ ਵਿੱਚ ਕਹਿੰਦੇ ਵੀ ਅਸੀਂ ਤਾਂ ਕੁਛ ਨਹੀਂ ਕਰਨਾ। ਅਤੇ ਇਹ ਸਿਰਫ ਇਹੀ ਨਹੀਂ, ਉਸ ਤੋਂ ਬਾਅਦ ਕੀ ਹੁੰਦਾ? ਸੁਮੇਧ ਸਿੰਘ ਸੈਣੀ ਬਣਦੇ ਹੈ DGP, ਜਿਹੜਾ ਜਿਸ ਅਫਸਰ ਦਾ ਨਾਂ ਸਭ ਤੋਂ ਜ਼ਿਆਦਾ ਇਸ ਕੰਮ ਦੇ ਵਿੱਚ ਆਇਆ ਸੀ, ਉਹਨੂੰ ਤੁਸੀਂ DGP ਲਾ ਰਹੇ ਹੋ। ਇਜ਼ਹਾਰ ਆਲਮ, ਇਹਨਾਂ 2 ਅਫਸਰਾਂ ਦੇ ਨਾਂ ਸਭ ਤੋਂ ਜ਼ਿਆਦਾ ਸੀ। ਦੋਵੇਂ ਹੀ ਇਹਨਾਂ ਨੇ ਨਵਾਜੇ। ਅੱਜ ਕਿਸ ਮੂੰਹ ਨਾਲ ਇਹ ਬੰਦੇ ਸਿੰਘਾਂ ਦੀ ਗੱਲ ਕਰਦੇ? ਇਹਨਾਂ ਦਾ ਮਾਰਲ ਰਾਈਟ ਹੀ ਕੋਈ ਨਹੀਂ ਗੱਲ ਕਰਨ ਦਾ। ਅਤੇ ਫਿਰ ਤੁਹਾਨੂੰ ਕੀ ਲੱਗਦਾ ਹੈਗਾ ਜੀ ਵੀ ਜੇ ਅਕਾਲੀ ਦਲ ਇਹਨਾਂ ਨਾਲ ਬੋਲਣ ਦਾ ਰਾਈਟ ਨਹੀਂ ਹੈਗਾ, ਤਾਂ ਕੀ ਜੇ ਨਵਾਂ ਜਿਹੜਾ ਅਕਾਲੀ ਦਲ ਦਾ ਕੋਈ ਪ੍ਰਧਾਨ ਆਊਗਾ ਉਹ ਵੀ ਤਾਂ ਉਹੀ ਗੱਲਾਂ ਕਰੂਗਾ ਜੀ? ਮੈਂ ਕਲੀਅਰ ਕਰਦਾ ਇਸ ਗੱਲ ਨੂੰ ਨਾ, ਇਹਨਾਂ ਦਾ ਰਾਈਟ ਕੋਈ ਨਹੀਂ, ਇਸ ਅਕਾਲੀ ਦਲ ਦਾ ਕੋਈ ਰਾਈਟ ਨਹੀਂ। ਇਹ ਲੀਡਰਸ਼ਿਪ ਪਾਸੇ ਹੋਵੇ। ਉਸ ਤੋਂ ਬਾਅਦ ਸਾਰਾ ਅਕਾਲੀ ਦਲ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਆਪਣੇ ਗੁਨਾਹਾਂ ਦੀ ਪਿਛਲੇ ਦੀ ਮਾਫੀ ਮੰਗੇ, ਉਹਦੇ ਬਰਗਾੜੀ ਵੀ ਸ਼ਾਮਿਲ ਹੈ, ਤਾਂ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਰਿਸਟੋਰ ਹੋਏਗੀ, ਨਹੀਂ ਤਾਂ ਨਹੀਂ ਹੁੰਦੀ। ਇਹ ਕਹਿਣ ਕਿ ਸਾਥੋਂ ਆਹ ਗਲਤੀਆਂ ਹੋਈਆਂ, ਸਾਡਾ ਜਿਹੜਾ ਅਸੀਂ ਇਹ ਸਾਰੇ ਐਕਸ਼ਨ ਕੀਤੇ ਗਲਤ ਕੀਤੇ। ਬਲੂ ਸਟਾਰ ਦੀਆਂ ਜਿਹੜੀਆਂ ਜਾਂ ਮਿਲੀਟੈਂਸੀ ਦੇ ਪੀਰੀਅਡ ਦੀਆਂ, ਹੁਣ ਬੰਦੇ ਸਿੰਘਾਂ ਦੀ ਹੁਣ ਗੱਲ ਕਰ ਰਹੇ ਹੈ, ਤੁਸੀਂ ਉਦੋਂ ਜਦੋਂ ਤੁਹਾਡੇ ਕੋਲ ਸਰਕਾਰਾਂ ਸੀਗੀਆਂ ਤੁਸੀਂ ਐਕਸ਼ਨ ਕਿਉਂ ਨਹੀਂ ਕੀਤੇ ਉਦੋਂ? ਤੁਹਾਨੂੰ ਲੱਗਦਾ ਮੌਜੂਦਾ ਹਾਲਾਤਾਂ ਦੇ ਵਿੱਚ ਲੋਕ ਅਕਾਲੀ ਦਲ ਨੂੰ ਨਫ਼ਰਤ ਕਰੇ? ਅਕਾਲੀ ਦਲ ਕੋਸ਼ਿਸ਼ ਲੱਗਾ ਕਿ ਅਸੀਂ ਲੋਕ ਮਨ ਜਿੱਤੀਏ, ਲੋਕਾਂ ਦੇ ਦਿਲ ਜਿੱਤੀਏ। ਸਿਮਰਜੀਤ ਮਾਨ ਨੂੰ ਫਿਰ ਲੋਕਾਂ ਨੇ ਮੌਕਾ ਦਿੱਤਾ, ਉਹ ਆਪਣੀ ਕਹਿ ਰਹੇ ਹੈਗੇ ਨੇ। ਕਦੀ ਭਗਤ ਸਿੰਘ ਅੱਤਵਾਦੀ ਹੁਣ ਕਹਿ ਰਹੇ ਨੇ ਕਿ ਜੇ ਇੰਦਰਾ ਗਾਂਧੀ ਨੂੰ ਸਰੋਪਾ ਭੇਂਟ ਕੀਤਾ ਤਾਂ ਸ਼ਾਇਦ 84 ਨਾ ਵਾਪਰਦੀ ਹੈਗੀ, ਦਰਬਾਰ ਸਾਹਿਬ 'ਤੇ ਹਮਲਾ ਹੁੰਦਾ। ਜਿਹੜਾ ਪੰਥ ਜਾਵੇ ਕਿੱਧਰ? ਅਕਾਲੀ ਦਲ ਲੋਕਾਂ ਨੇ ਨਜ਼ਰਅੰਦਾਜ਼ ਕਰਕੇ ਰੱਖਿਆ ਕਿ ਨਹੀਂ ਇਹ ਨਹੀਂ ਫਿੱਟ ਹੈਗੇ। ਮਾਨ ਦੀ ਇੱਕ ਹੋਪ ਲੱਗੀ ਸੀ, ਉਹ ਆਪਣੀਆਂ ਬੇਤੁਕੇ ਬਿਆਨ ਦੇ ਰਹੇ ਨੇ। ਵੱਡਾ ਘੱਲੂਘਾਰਾ ਕੀ ਸੀਗਾ? ਉਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ ਜੀ, ਅਤੇ ਕੁੱਪ ਕਲਾਂ ਕੇ ਜਦੋਂ ਸਿੱਖ ਘੇਰੇ ਗਏ, ਇਹ ਸ਼ਿਫਟ ਕਰ ਰਹੇ ਸੀ ਪੰਜਾਬ ਤੋਂ ਬਾਹਰ, 30,000 ਬੰਦਾ ਉੱਥੇ ਮਰ ਗਿਆ। ਉਸ ਤੋਂ ਬਾਅਦ ਰਿਵਾਈਵ ਹੋ ਗਏ ਸੀ। ਇਹ ਰਾਜਸਥਾਨ ਚਲੇ ਗਏ, ਕੁਛ ਜਗ੍ਹਾ ਨੂੰ ਚਲੇ ਗਏ, ਪੰਜਾਬ ਖਾਲੀ ਹੋ ਗਿਆ ਸੀਗਾ।
ਲਾਹੌਰ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਢੇਰ ਲੱਗ ਗਏ, ਸਭ ਕੁਝ ਹੋਇਆ। ਉਸ ਤੋਂ ਬਾਅਦ ਪੰਥ ਰਿਵਾਈਵ ਹੁੰਦਾ ਹੈ। ਇਹ ਪੰਥ ਹੈ, ਜਦੋਂ ਕਹਿੰਦੇ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ, ਪੰਥ ਤਾਂ ਰਿਵਾਈਵ ਹੋਏਗਾ। ਕੀਮਤ ਕਈ ਵਾਰੀ ਬਹੁਤ ਦੇਣੀ ਪੈਂਦੀ ਹੈ, ਹੁਣ ਵੀ ਕੀਮਤ ਦੇਣੀ ਪਏਗੀ ਪੰਥ ਨੂੰ। ਮਾਸਟਰ ਤਾਰਾ ਸਿੰਘ ਕਹਿੰਦੇ ਹੁੰਦੇ ਨਾ ਕਿ ਮੈਂ ਮਰਾਂ ਤੇ ਪੰਥ ਜੀਵੇ, ਪਰ ਤੁਹਾਨੂੰ ਲੱਗਦਾ ਕਿ ਇਦਾਂ ਦੇ ਲੋਕ ਹੈਗੇ ਨੇ ਹੁਣ ਪੰਥ ਦੀਆਂ ਗੱਲਾਂ ਕਰਨ ਵਾਲੇ? ਵਿੱਚੋਂ ਪੈਦਾ ਹੋ ਜਾਂਦੇ ਆ, ਸਾਹਮਣੇ ਕਈ ਵਾਰੀ ਨਜ਼ਰ ਨਹੀਂ ਆਉਂਦਾ ਹੁੰਦਾ, ਜਦੋਂ ਮੌਕਾ ਆਉਂਦਾ ਹੈ ਨਾ ਉਦੋਂ ਲੋਕ ਵਿੱਚੋਂ ਨਿਕਲਦੇ ਆ। ਲਾਸਟ ਸਾਡੇ ਕੋਲ ਐਗਜ਼ਾਮਪਲ ਤਾਂ ਗੁਰਚਰਨ ਸਿੰਘ ਟੌਹੜਾ ਹੀ, ਮੈਨੂੰ ਵਾਰ-ਵਾਰ ਉਹ ਗੱਲ ਨਾਂ ਲੈਣਾ ਪੈਂਦਾ। ਉਸ ਤੋਂ ਬਾਅਦ ਸਾਹਮਣੇ ਕੋਈ ਲੀਡਰ ਨਜ਼ਰ ਨਹੀਂ ਆਉਂਦਾ। ਉਸ ਤੋਂ ਪਹਿਲਾਂ ਤਾਂ ਲੀਡਰ ਬਹੁਤ ਸੀਗੇ। ਅਕਾਲੀ ਦਲ ਵਾਰ-ਵਾਰ ਕਹਿ ਰਹੇ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰ ਦਿੰਦੇ, ਕੀ ਸਾਡੇ ਕੋਲ ਅਲਟਰਨੇਟਿਵ ਬਲਵਿੰਦਰ ਸਿੰਘ ਭੂੰਦੜ ਹੋਣਗੇ, ਸਿਕੰਦਰ ਸਿੰਘ ਮਲੂਕਾ ਹੋਣਗੇ, ਜਾਂ ਮਨਪ੍ਰੀਤ ਆਲੀ ਹੋਣਗੇ, ਜਾਂ ਗੁਰਪ੍ਰਤਾਪ ਸਿੰਘ ਵਡਾਲਾ ਹੋਣਗੇ, ਜਾਂ ਫਿਰ ਬਿਕਰਮ ਸਿੰਘ ਮਜੀਠੀਆ ਹੋ ਸਕਦੇ। ਕੌਣ ਸੰਭਾਲੂਗਾ ਅਕਾਲੀ ਦਲ ਨੂੰ ਜੀ? ਅਕਾਲੀ ਦਲ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਪੰਥ ਆ ਜੀ, ਦੂਜਿਆਂ ਨੂੰ ਤਾਂ ਮੰਨਦਾ ਨਹੀਂ ਹੈਗਾ ਪੰਥ ਨਾ ਜੀ। ਇਹੋ ਜਿਹੀ ਗੱਲ ਕਿਹੜਾ ਪਹਿਲੀ ਵਾਰੀ ਆਈ ਹੈ ਪੰਥ ਦੇ ਉੱਤੇ? ਇਹ ਭੁੱਲ ਜਾਂਦੇ ਆ ਵੀ ਇੱਕ ਹੋਰ ਬੜੀ ਕਮਾਲ ਦੀ ਟ੍ਰੈਡੀਸ਼ਨ ਹੈ ਅਕਾਲੀ ਦਲ ਦੀ ਜੀ, ਤੇ ਆਪਾਂ ਬਹੁਤਾ ਗੌਰ ਨਹੀਂ ਕਰਦੇ। ਆਲਮੋਸਟ ਹਰ ਅਕਾਲੀ ਦਲ ਦਾ ਪ੍ਰਧਾਨ ਬੇਇੱਜ਼ਤੀ ਕਰਵਾ ਕੇ ਨਿਕਲਿਆ, ਡਿਸਗ੍ਰੇਸ ਹੋ ਕੇ, ਬੇਇੱਜ਼ਤੀ ਨਾ ਕਰੀਏ, ਡਿਸਗ੍ਰੇਸ ਹੋ ਕੇ ਨਿਕਲਿਆ। ਬਾਬਾ ਖੜਕ ਤੋਂ ਸ਼ੁਰੂ ਕਰ ਲਓ ਜੀ। ਬਾਬਾ ਖੜਕ ਸਿੰਘ ਵੀ, ਮਾਸਟਰ ਤਾਰਾ ਸਿੰਘ ਵੀ, ਸੰਤ ਫਤਿਹ ਸਿੰਘ ਵੀ, ਹਰਚੰਦ ਸਿੰਘ ਲੋਗੋਵਾਲ ਦਾ ਤਾਂ ਪਤਾ ਆਪਾਂ ਨੂੰ ਕੀ ਹੋ ਗਿਆ ਜੀ, ਤੇ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਸੁਖਬੀਰ ਸਿੰਘ ਬਾਦਲ, ਸਾਰੇ ਡਿਸਗ੍ਰੇਸਡ ਹੈ। ਇਹ ਪੰਥਕ ਪਾਰਟੀ ਦਾ ਬੜਾ ਕਮਾਲ ਦਾ ਇਤਿਹਾਸ ਹੈ, ਕਿਸੇ ਨੂੰ ਬਖਸ਼ਦੀ ਤਾਂ ਹੈ ਨਹੀਂ ਪਾਰਟੀ ਇਹ, ਤੇ ਪੰਥ ਨੇ ਇਹਨਾਂ ਨੂੰ ਨਹੀਂ ਬਖਸ਼ਿਆ ਹੀ ਨਹੀਂ ਜੀ। ਬਹੁਤ ਮਿਹਰਬਾਨੀ, ਥੈਂਕ ਯੂ। ਔਰ ਜਿੱਥੋਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਵਾਲ ਹੈ ਕਿ ਹੁਣ ਸਾਨੂੰ ਪੰਥ ਨੂੰ ਮਿਲਣ ਲੱਗਿਆ ਵੀ ਲੋਕਾਂ ਦੀਆਂ ਲਿੜਕਣੀਆਂ ਕੱਢਣੀਆਂ ਪੈਂਦੀਆਂ, ਪਰ ਸਵਾਲ ਹੈ ਕੱਢਣੀਆਂ ਕਿਉਂ ਪੈ ਰਹੀਆਂ? ਕੀ ਜਿਹੜਾ ਪੰਥ ਆ ਜਾਂ ਸ਼੍ਰੋਮਣੀ ਅਕਾਲੀ ਦਲ ਆ ਉਹ ਆਪਣੀ ਵਿਰਾਸਤ ਨੂੰ ਭੁੱਲ ਚੁੱਕਾ ਹੈਗਾ, ਜਾਂ ਫਿਰ ਮਸਲਾ ਹੈ ਕਿ ਤੁਸੀਂ ਆਪਣੀ ਵਿਰਾਸਤ ਨੂੰ ਪਛਾਣ ਨਹੀਂ ਰਹੇ ਜਾਂ ਆਪਣੇ ਰੁਤਬੇ ਨੂੰ ਪਛਾਣ ਨਹੀਂ ਰਹੇ ਹੈਗੇ? ਪਰ ਸਵਾਲ ਹੈ ਜਿਸ ਤਰ੍ਹਾਂ ਦਾ ਉਹਨਾਂ ਦਾ ਬੋਲਣ ਦਾ ਲਹਿਜਾ ਕਿ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਲਾਲਾ ਕਹਿਣਾ, ਇਹ ਵੀ ਆਪਣੇ ਆਪ 'ਚ ਨਿੰਦਣਯੋਗ ਆ, ਕਿਉਂਕਿ ਜਿਸ ਉਹ ਤਖਤ 'ਤੇ ਬੈਠੇ ਨੇ ਉਸ ਤਖਤ ਤੋਂ ਅਜਿਹੀ ਭਾਸ਼ਾ ਕਦੀ ਵੀ ਵਰਤੀ ਨਹੀਂ ਗਈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।